ਡੀਅਰ ਸਟੂਡੈਂਟਸ, ਅੱਜ ਆਪਾਂ ਜਿਸ ਖੇਡ ਬਾਰੇ ਗੱਲ ਕਰਨ ਲੱਗੇ ਹਾਂ ਉਸ ਦਾ ਨਾਮ ਹੈ ਐਥਲੈਟਿਕਸ। ਆਓ ਆਪਾਂ ਅੱਜ ਐਥਲੈਟਿਕਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਕਿ ਇਹ ਕੀ ਹੈ, ਇਸ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ। ਬੱਚਿਓ, ਐਥਲੈਟਿਕਸ ਦੇ ਵਿੱਚ ਦੋ ਤਰ੍ਹਾਂ ਦੇ ਇਵੈਂਟ ਸ਼ਾਮਲ ਹੁੰਦੇ ਨੇ, ਟਰੈਕ ਇਵੈਂਟਸ ਔਰ ਫੀਲਡ ਇਵੈਂਟਸ। ਟਰੈਕ ਇਵੈਂਟਸ ਦੇ ਵਿੱਚ ਆਪਾਂ ਸਿਰਫ ਰੇਸਾਂ ਨੂੰ ਸ਼ਾਮਲ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰ ਵਿੱਚ ਜੋ ਲਾਲ ਕਲਰ ਦਾ ਟਰੈਕ ਦਿਖ ਰਿਹਾ ਹੈ, ਇਹਦੇ ਵਿੱਚ ਜਿੰਨੀਆਂ ਵੀ ਰੇਸਾਂ ਖੇਡੀਆਂ ਜਾਂਦੀਆਂ ਹਨ, ਭੱਜੀਆਂ ਜਾਂਦੀਆਂ ਹਨ, ਜੋ ਰੇਸਾਂ, ਉਹਨਾਂ ਨੂੰ ਅਸੀਂ ਟਰੈਕ ਇਵੈਂਟਸ ਦੇ ਵਿੱਚ ਸ਼ਾਮਲ ਕਰਦੇ ਹਾਂ। ਔਰ ਜੋ ਗ੍ਰੀਨ ਪਾਰਟ ਦਿਸ ਰਿਹਾ ਹੈ ਉਹਦੇ ਵਿੱਚ ਜੋ ਇਵੈਂਟਸ ਹੁੰਦੇ ਹਨ ਉਹਨਾਂ ਨੂੰ ਅਸੀਂ ਫੀਲਡ ਇਵੈਂਟ ਦੇ ਵਿੱਚ ਸ਼ਾਮਲ ਕਰਦੇ ਹਾਂ। ਆਪਾਂ ਹੁਣ ਪਹਿਲਾਂ ਟਰੈਕ ਇਵੈਂਟਸ ਭਾਵ ਰੇਸਾਂ ਦੀ ਗੱਲ ਕਰਾਂਗੇ ਕਿ ਰੇਸਾਂ ਕਿਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ, ਕਿਵੇਂ ਕਿਵੇਂ ਹੁੰਦੀਆਂ ਹਨ। ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਸ਼ਾਰਟ ਰੇਸਿਸ ਹੁੰਦੀਆਂ ਹਨ, ਜਿਹਨੂੰ ਆਪਾਂ ਛੋਟੀ ਦੂਰੀ ਦੀਆਂ ਜਾਂ ਘੱਟ ਦੂਰੀ ਦੀਆਂ ਰੇਸਾਂ ਕਹਿ ਦਿੰਦੇ ਹਾਂ। ਜਿਵੇਂ ਕਿ 100 ਮੀਟਰ ਦੀ ਰੇਸ, 200 ਮੀਟਰ ਦੀ, 400 600 ਮੀਟਰ ਦੀ ਰੇਸ ਛੋਟੇ ਬੱਚਿਆਂ ਲਈ। ਅਤੇ ਹੁਣ ਅੱਜ ਕੱਲ੍ਹ 800 ਮੀਟਰ ਦੀ ਰੇਸ ਵੀ, ਕਿਉਂਕਿ ਇਹ ਪੂਰੀ ਗਤੀ ਨਾਲ, ਪੂਰੇ ਜੋਸ਼ ਨਾਲ ਦੌੜੀ ਜਾਂਦੀ ਹੈ, ਤਾਂ 800 ਮੀਟਰ ਦੀ ਰੇਸ ਵੀ ਜੋ ਹੈ ਬੱਚੇ ਹੁਣ ਇਹ ਸ਼ਾਰਟ ਰੇਸਿਸ ਦੇ ਵਿੱਚ ਸ਼ਾਮਲ ਹੋ ਗਈ ਹੈ। ਫਿਰ ਆ ਜਾਂਦੀ ਹੈ ਅੱਗੇ ਲੌਂਗ ਰੇਸਿਸ, ਲੰਬੀ ਦੂਰੀ ਦੀਆਂ ਰੇਸਾਂ। ਇਹਦੇ ਵਿੱਚ ਅਸੀਂ 1500 ਮੀਟਰ, 3000 ਮੀਟਰ ਜਾਂ 5000 ਮੀਟਰ ਦੀਆਂ ਰੇਸਾਂ ਜੋ ਨੇ ਸ਼ਾਮਲ ਕਰਦੇ ਹਾਂ। ਫਿਰ ਬੱਚੇ ਇਹਦੇ ਵਿੱਚ ਆਉਂਦਾ ਹੈ ਇੱਕ ਰਿਲੇ ਰੇਸ। ਰਿਲੇ ਰੇਸ ਤੁਸੀਂ ਦੇਖੀ ਹੋਣੀ ਹੈ। ਇਹ 4x400 ਜਾਂ 4x100 ਮੀਟਰ ਦੀ ਰੇਸ ਹੁੰਦੀ ਹੈ, ਜਿਹਦੇ ਵਿੱਚ ਕਿ ਬੈਟਨ ਚੇਂਜ ਕੀਤਾ ਜਾਂਦਾ ਹੈ। ਇੱਕ ਟਰੈਕ ਦੇ ਵਿੱਚ 4 ਖਿਡਾਰੀ ਭੱਜਦੇ ਹਨ, ਉਹ ਬੈਟਨ ਚੇਂਜ ਕਰਕੇ ਅੱਗੇ ਦੀ ਅੱਗੇ ਰੇਸ ਨੂੰ ਪੂਰਾ ਕਰਦੇ ਹਨ। ਇਸ ਰੇਸ ਨੂੰ ਅਸੀਂ ਰਿਲੇ ਰੇਸ ਕਹਿੰਦੇ ਹਾਂ। ਫਿਰ ਆਉਂਦੀ ਹੈ ਹਰਡਲ ਰੇਸ। ਤੁਸੀਂ ਦੇਖਿਆ ਹੋਣਾ ਕਿ ਕੁਝ ਕੁ ਬੱਚੇ ਰੇਸ ਲਗਾਉਂਦੇ ਹੋਏ ਇੱਕ ਕਿਸੇ ਉੱਤੋਂ ਟੱਪ ਕੇ ਲੰਘਦੇ ਹਨ, ਛਾਲ ਮਾਰ ਕੇ ਲੰਘਦੇ ਹਨ, ਉਸ ਨੂੰ ਅਸੀਂ ਹਰਡਲ ਬੋਲਦੇ ਹਾਂ। ਹਰਡਲ ਛੋਟੇ ਬੱਚਿਆਂ ਲਈ 80 ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਔਰ ਇਹ ਅੱਗੇ 100, 110 ਔਰ 400 ਮੀਟਰ ਤੱਕ ਦੀ ਚਲੀ ਜਾਂਦੀ ਹੈ। ਬੱਚਿਓ, ਆਪਾਂ ਜਿਹੜੀ ਰੇਸਾਂ ਦੀ ਗੱਲ ਕਰਦੇ ਹਾਂ ਇਹ ਸਾਡੇ ਲਈ ਜ਼ਿਆਦਾਤਰ ਵੈਸੇ ਆਪਾਂ ਸਕੂਲ ਗੇਮਸ ਨਾਲ ਸੰਬੰਧਿਤ ਰੇਸਾਂ ਦੀ ਹੀ ਗੱਲ ਕਰ ਰਹੇ ਹਾਂ। ਅੱਗੇ ਫਿਰ ਸਾਡੇ ਕੋਲ ਆ ਜਾਂਦੇ ਹੈ ਵਾਕ ਆ ਜਾਂਦਾ ਹੈ। ਇਹਦੇ ਵਿੱਚ ਹੀ ਟਰੈਕ ਇਵੈਂਟ ਦੇ ਵਿੱਚ ਅਸੀਂ ਵਾਕ ਲੈਂਦੇ ਹਾਂ। 3000 ਮੀਟਰ ਦਾ ਵਾਕ ਔਰ 5000 ਮੀਟਰ ਦਾ ਜੋ ਵਾਕ ਹੈ ਅਸੀਂ ਇਸ ਵਿੱਚ ਸ਼ਾਮਲ ਕਰਦੇ ਹਾਂ। ਨੈਕਸਟ ਫਿਰ ਕ੍ਰਾਸ ਕੰਟਰੀ ਆ ਜਾਂਦੀ ਹੈ। ਉਹ ਅੰਡਰ 19 ਵਾਸਤੇ ਹੁੰਦੀ ਜ਼ਿਆਦਾਤਰ। ਉਹ 4 ਕਿਲੋਮੀਟਰ ਅਤੇ 6 ਕਿਲੋਮੀਟਰ ਦੀ ਰੇਸ ਦੇ ਵਿੱਚ ਆ ਜਾਂਦੀ ਹੈ। ਫਿਰ ਮੈਰਾਥਨ ਰੇਸ ਹੈ। ਭਾਵੇਂ ਕਿ ਇਹ ਤੁਹਾਡੇ ਸਕੂਲੀ ਗੇਮਸ ਵਿੱਚ ਨਹੀਂ ਹੈ, ਫਿਰ ਵੀ ਤੁਹਾਨੂੰ ਜਾਣਕਾਰੀ ਲਈ ਦੱਸਿਆ ਜਾ ਰਿਹਾ ਹੈ ਕਿ ਇਹ 26.2 ਮਾਈਲਸ ਜਾਂ ਇਸ ਨੂੰ ਕਹਿ ਸਕਦੇ ਹਾਂ 26 ਮੀਲ 385 ਗਜ ਦੀ ਇਹ ਰੇਸ ਹੁੰਦੀ ਹੈ। ਸੋ ਬੱਚਿਓ, ਮੈਨੂੰ ਉਮੀਦ ਹੈ ਤੁਸੀਂ ਇਹਨਾਂ ਰੇਸਾਂ ਬਾਰੇ ਜਾਣ ਗਏ ਹੋਵੋਗੇ ਕਿ ਟਰੈਕ ਇਵੈਂਟਸ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਆਓ ਹੁਣ ਅਸੀਂ ਗੱਲ ਕਰਦੇ ਹਾਂ ਫੀਲਡ ਇਵੈਂਟ ਦੀ। ਫੀਲਡ ਇਵੈਂਟ, ਜਿਵੇਂ ਕਿ ਤੁਹਾਨੂੰ ਪਹਿਲਾਂ ਦਿਖਾਇਆ ਗਿਆ ਸੀ, ਜੋ ਗ੍ਰੀਨ ਪਾਰਟ ਹੈ ਜਾਂ ਟਰੈਕ ਦੇ ਵਿਚਕਾਰਲਾ ਭਾਗ ਹੈ, ਉਸ ਦੇ ਵਿੱਚ ਜੋ ਖੇਡਾਂ ਖੇਡੀ ਜਾਂਦੀਆਂ ਹਨ ਅਸੀਂ ਉਹਨਾਂ ਨੂੰ ਫੀਲਡ ਇਵੈਂਟਸ ਕਹਿ ਜਾਂਦੇ ਹਾਂ, ਜੋ ਕਿ ਐਥਲੈਟਿਕਸ ਦਾ ਹੀ ਭਾਗ ਹੈ। ਐਥਲੈਟਿਕ ਵਿੱਚ ਦੋ ਤਰ੍ਹਾਂ ਦੀ ਚੀਜ਼ਾਂ ਸ਼ਾਮਲ ਨੇ, ਪਹਿਲਾਂ ਵੀ ਦੱਸਿਆ ਸੀ, ਟਰੈਕ ਇਵੈਂਟ ਔਰ ਫੀਲਡ ਇਵੈਂਟ। ਹੁਣ ਅਸੀਂ ਫੀਲਡ ਇਵੈਂਟ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਲੌਂਗ ਜੰਪ, ਭਾਵ ਲੰਬੀ ਛਾਲ। ਇਸ ਦੇ ਵਿੱਚ ਲੰਬੀ ਛਾਲ, ਜਿਹੜਾ ਬੱਚਾ ਲੰਬਾ ਛਾਲ ਲਗਾਉਂਦਾ ਹੈ ਉਹ ਜੇਤੂ ਕਰਾਰ ਦਿੱਤਾ ਜਾਂਦਾ ਹੈ। ਲੰਬੀ ਛਾਲ ਲਗਾਉਣ ਲਈ ਇੱਕ ਖਿਡਾਰੀ ਨੂੰ 3 ਮੌਕੇ ਦਿੱਤੇ ਜਾਂਦੇ ਹਨ। ਇਹਨਾਂ 3 ਮੌਕਿਆਂ ਵਿੱਚੋਂ ਜੋ ਵੀ ਉਸਨੇ ਜ਼ਿਆਦਾ ਦੂਰੀ ਦਾ ਜੰਪ ਲਗਾਇਆ ਹੋਊਗਾ ਉਸ ਨੂੰ ਹੀ ਮੰਨਿਆ ਜਾਂਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਫੀਲਡ ਇਵੈਂਟ ਦੇ ਵਿੱਚ ਆ ਜਾਂਦਾ ਹੈ ਸਾਡਾ ਤੀਰੀ ਛਾਲ। ਤੀਰੀ ਛਾਲ ਵੀ ਲੰਬੀ ਛਾਲ ਦਾ ਹੀ ਇੱਕ ਹਿੱਸਾ ਹੈ, ਪਰ ਇਸ ਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਟੈਪ ਨੇ ਉਹ ਜਾਂ ਰਨਵੇ ਹੈ ਇਸ ਦਾ ਉਹ ਥੋੜ੍ਹਾ ਜ਼ਿਆਦਾ ਹੋ ਜਾਂਦਾ ਹੈ ਔਰ ਬੱਚਾ 3 ਵਾਰੀ ਸਿੰਗਲ ਲੈਗਸ 'ਤੇ ਜੰਪ ਲੈਂਦਾ ਹੋਇਆ ਲਾਸਟ ਵਾਰੀ ਕੀ ਹੈ ਟੇਕ ਆਫ ਕਰਦਾ ਹੈ। ਜਿਵੇਂ ਕਿ ਹੌਪ, ਬਾਉਂਡ, ਜੰਪ ਔਰ ਅਖੀਰ 'ਤੇ ਉਹ ਗਿਰਦਾ ਹੈ। ਜਿੱਥੋਂ ਉਹਨੇ ਇਹਦਾ ਟੇਕ ਆਫ ਬੋਰਡ ਜਿਹੜਾ ਪਿੱਛੇ ਸੀ, ਪਿੱਛੋਂ ਲਿਆ ਜਾਂਦਾ ਹੈ, ਇਸ ਦਾ ਉੱਥੋਂ ਤੋਂ ਮਿਣਤੀ ਕੀਤੀ ਜਾਂਦੀ ਹੈ ਕਿ ਬੱਚੇ ਨੇ ਕਿੰਨੀ ਲੰਬੀ ਛਾਲ ਲਗਾਈ ਹੈ। ਇਸ ਨੂੰ ਤੀਰੀ ਛਾਲ ਕਿਹਾ ਜਾਂਦਾ ਹੈ। ਅੱਗੇ ਆਉਂਦੀ ਹੈ ਸਾਡੀ ਫੀਲਡ ਇਵੈਂਟ ਦੇ ਵਿੱਚ ਹਾਈ ਜੰਪ, ਭਾਵ ਕਿ ਉੱਚਾ ਜੰਪ। ਇਸ ਦੇ ਵਿੱਚ ਵੀ ਬੱਚੇ ਨੂੰ 3 ਮੌਕੇ ਦਿੱਤੇ ਜਾਂਦੇ ਹਨ।
ਉਹਨਾਂ ਤਿੰਨਾਂ ਮੌਕਿਆਂ ਵਿੱਚੋਂ ਜੋ ਉਸਦਾ ਬੈਸਟ ਹੁੰਦਾ ਹੈ ਉਸ ਨੂੰ ਮੰਨਿਆ ਜਾਂਦਾ ਹੈ। ਔਰ ਜਿਉਂ-ਜਿਉਂ ਇਹ ਦੂਸਰੇ ਖਿਡਾਰੀਆਂ ਦੇ ਕੰਪੀਟੀਸ਼ਨ ਵੱਧਦਾ ਜਾਂਦਾ ਹੈ, ਜਿਹੜੀ ਇਸ ਦੀ ਉੱਤੇ ਵਾਲਾ ਪੋਲ ਹੈ ਉਸ ਨੂੰ ਅਸੀਂ ਹੋਰ ਉੱਪਰ ਕਰਦੇ ਜਾਂਦੇ ਹਾਂ ਤਾਂ ਕਿ ਸਹੀ ਜਾਂ ਫਸਟ ਸੈਕਿੰਡ ਥਰਡ ਦੀ ਜੋ ਹੈ ਸਹੀ ਚੋਣ ਕੀਤੀ ਜਾ ਸਕੇ। ਅਗਲੀ ਅਸੀਂ ਗੱਲ ਕਰਦੇ ਹਾਂ ਫੀਲਡ ਇਵੈਂਟ ਦੇ ਵਿੱਚ ਪੋਲ ਵਾਲਟ ਦੀ। ਇਹ ਵੀ ਹਾਈ ਜੰਪ ਦਾ ਹੀ ਇੱਕ ਤਰ੍ਹਾਂ ਦਾ ਹਿੱਸਾ ਹੈ, ਪਰ ਇਹ ਜੰਪ ਬਹੁਤ ਉੱਚਾ ਹੁੰਦਾ ਹੈ ਔਰ ਸਟਿਕ ਦੀ ਸਹਾਇਤਾ ਨਾਲ ਅਸੀਂ ਇਸ ਨੂੰ ਪਾਰ ਕਰਨਾ ਹੁੰਦਾ ਹੈ। ਇਹਦੇ ਵਿੱਚ ਵੀ ਇੱਕ ਖਿਡਾਰੀ ਨੂੰ 3 ਮੌਕੇ ਮਿਲਦੇ ਹਨ ਔਰ ਜੋ ਬੈਸਟ ਉਸਦਾ ਸਮਾਂ ਹੁੰਦਾ ਹੈ, ਬੈਸਟ ਉਸਦੀ ਜੋ ਉਸਨੇ ਹਾਈਟ ਕੱਢੀ ਹੁੰਦੀ ਹੈ ਉਸ ਦੇ ਅਕੋਰਡਿੰਗ ਹੀ ਫਸਟ ਸੈਕਿੰਡ ਥਰਡ ਦੇ ਅੱਗੇ ਇਨਾਮ ਦਿੱਤੇ ਜਾਂਦੇ ਹਨ। ਅੱਗੇ ਬੱਚੇ ਅਸੀਂ ਗੱਲ ਕਰਦੇ ਹਾਂ ਫੀਲਡ ਇਵੈਂਟ ਦੇ ਵਿੱਚ ਡਿਸਕਸ ਥਰੋ ਦੀ। ਡਿਸਕਸ ਥਰੋ ਜੇਕਰ ਆਪਾਂ ਸਕੂਲੀ ਗੇਮਸ ਦੀ ਗੱਲ ਕਰੀਏ, ਉਹ ਅਲੱਗ-ਅਲੱਗ ਗਰੁੱਪ ਦੇ ਬੱਚਿਆਂ ਲਈ ਡਿਸਕਸ ਥਰੋ ਜੋ ਹੈ ਉਹਦਾ ਭਾਰ ਅਲੱਗ-ਅਲੱਗ ਹੁੰਦਾ ਹੈ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਛੋਟੇ ਬੱਚੇ ਨੇ ਅੰਡਰ 14 ਦੇ, ਉਹਨਾਂ ਵਾਸਤੇ ਮੁੰਡੇ ਕੁੜੀਆਂ ਲਈ 1 ਕਿਲੋਗ੍ਰਾਮ ਦੀ ਹੀ ਡਿਸਕਸ ਥਰੋ ਹੁੰਦੀ ਹੈ। ਔਰ ਜਿਉਂ-ਜਿਉਂ ਬੱਚਿਆਂ ਦਾ ਗਰੁੱਪ ਵੱਧਦਾ ਜਾਂਦਾ ਹੈ, ਡਿਸਕਸ ਦਾ ਜੋ ਭਾਰ ਹੈ ਉਹ ਅੱਗੇ ਤੁਰਿਆ ਚਲਾ ਜਾਂਦਾ ਹੈ। ਜਿਵੇਂ ਕਿ ਲੜਕੀਆਂ ਲਈ ਅੰਡਰ 17 ਲਈ 1 ਕਿਲੋਗ੍ਰਾਮ ਹੀ ਰਹਿੰਦਾ ਹੈ, ਲੜਕਿਆਂ ਲਈ ਅੰਡਰ 17 ਲਈ 1.5 ਕਿਲੋ ਹੋ ਜਾਂਦਾ ਹੈ ਔਰ ਫਿਰ 19 ਗਰੁੱਪ ਦੀਆਂ ਲੜਕੀਆਂ ਲਈ ਵੀ ਇਹ 1 ਕਿਲੋਗ੍ਰਾਮ ਹੀ ਇਸ ਦਾ ਭਾਰ ਰਹਿੰਦਾ ਹੈ ਔਰ ਲੜਕਿਆਂ ਲਈ ਵੀ ਇਹ ਅੰਡਰ 19 ਲਈ ਜੋ ਡਿਸਕਸ ਹੈ ਉਸ ਦਾ ਭਾਰ ਅੱਗੇ ਚਲਿਆ ਜਾਂਦਾ ਹੈ। ਇਸ ਤਰੀਕੇ ਨਾਲ 1.5 ਕਿਲੋ ਹੀ ਰਹਿ ਜਾਂਦਾ ਹੈ। ਅੱਗੇ ਫਿਰ ਅਸੀਂ ਗੱਲ ਕਰਦੇ ਹਾਂ ਫੀਲਡ ਇਵੈਂਟ ਦੇ ਵਿੱਚ ਗੋਲਾ ਸੁੱਟਣ ਦੀ। ਗੋਲੇ ਦੇ ਵਿੱਚ ਵੀ ਇਸ ਦੇ ਵਿੱਚ ਵੀ ਇੱਕ ਖਿਡਾਰੀ ਨੂੰ 3 ਮੌਕੇ ਹੀ ਦਿੱਤੇ ਜਾਂਦੇ ਹਨ। ਜੋ ਉਸ ਦਾ ਬੈਸਟ ਉਸਨੇ ਦੂਰੀ ਕੱਢੀ ਹੁੰਦੀ ਹੈ ਉਸ ਦੇ ਅਕੋਰਡਿੰਗ ਉਸ ਦਾ ਜੇਤੂ ਦੀ ਚੋਣ ਕੀਤੀ ਜਾਂਦੀ ਹੈ। ਬੱਚਿਓ, ਗੋਲੇ ਸੁੱਟਣ ਦੇ ਵਿੱਚ ਵੀ ਜੋ ਗੋਲੇ ਦਾ ਭਾਰ ਹੈ ਉਹ ਅਲੱਗ-ਅਲੱਗ ਬੱਚਿਆਂ ਲਈ ਅਲੱਗ-ਅਲੱਗ ਹੁੰਦਾ ਹੈ। ਜਿਵੇਂ 3 ਕਿਲੋਗ੍ਰਾਮ 4 ਕਿਲੋਗ੍ਰਾਮ ਇਹ ਅੰਡਰ 14 ਮੁੰਡੇ ਕੁੜੀਆਂ ਲਈ ਹੁੰਦਾ ਹੈ, 3 ਕਿਲੋਗ੍ਰਾਮ ਕੁੜੀਆਂ ਲਈ, 4 ਕਿਲੋਗ੍ਰਾਮ ਮੁੰਡਿਆਂ ਲਈ। ਔਰ ਇਸੇ ਤਰੀਕੇ ਨਾਲ ਜੋ ਅੰਡਰ 17 ਦੀਆਂ ਲੜਕੀਆਂ ਹਨ ਉਹਨਾਂ ਲਈ ਵੀ 3 ਕਿਲੋਗ੍ਰਾਮ ਅਤੇ ਲੜਕਿਆਂ ਲਈ 5 ਕਿਲੋਗ੍ਰਾਮ, ਅਤੇ 19 ਵਾਸਤੇ ਵੀ ਲੜਕੀਆਂ ਲਈ 3 ਕਿਲੋਗ੍ਰਾਮ ਔਰ ਲੜਕਿਆਂ ਵਾਸਤੇ 5 ਕਿਲੋਗ੍ਰਾਮ ਦਾ ਜੋ ਸ਼ਾਰਟ ਪੁੱਟ ਹੈ ਆਪਾਂ ਇਹਨੂੰ ਕਹਿੰਦੇ ਹਾਂ ਉਸ ਦਾ ਭਾਰ ਹੋ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਹੈਮਰ ਥਰੋ ਦੀ। ਹੈਮਰ ਥਰੋ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਇੱਕ ਗੋਲੇ ਦੇ ਨਾਲ ਜੰਜੀਰ ਬੰਨੀ ਹੁੰਦੀ ਹੈ, ਉਸ ਨੂੰ ਅਸੀਂ ਘੁੰਮ ਕੇ ਬਾਹਰ ਮੈਦਾਨ ਵਿੱਚ ਸੁੱਟਣਾ ਹੁੰਦਾ ਹੈ। ਜਿੰਨੀ ਦੂਰੀ ਨਾਲ ਇਹ ਸਿੱਟਿਆ ਜਾਵੇਗਾ ਉਸ ਨੂੰ ਉਸ ਫੀਲਡ ਤੋਂ ਮਾਪ ਕੇ 3 ਮੌਕੇ ਦਿੱਤੇ ਜਾਂਦੇ ਹਨ ਖਿਡਾਰੀ ਨੂੰ। ਜੋ ਵੀ ਉਸਦਾ ਬੈਸਟ ਦੂਰੀ ਹੋਊਗੀ ਉਸ ਦੇ ਅਕੋਰਡਿੰਗ ਉਸਦਾ ਫਸਟ ਸੈਕਿੰਡ ਥਰਡ ਜੋ ਬੱਚੇ ਨੇ ਉਹ ਕੱਢੇ ਜਾਂਦੇ ਹਨ। ਐਵੇਂ ਇਹ ਹੌਲੀ-ਹੌਲੀ ਅੱਗੇ ਕੰਪੀਟੀਸ਼ਨ ਵੱਧਦਾ ਤੁਰਿਆ ਜਾਂਦਾ ਹੈ। ਇਸ ਦੇ ਵੀ ਵੇਟ ਅਕੋਰਡਿੰਗ ਅਲੱਗ-ਅਲੱਗ ਭਾਰ ਹੁੰਦਾ ਹੈ। ਅੱਗੇ ਫਿਰ ਅਸੀਂ ਗੱਲ ਕਰਦੇ ਹਾਂ ਫੀਲਡ ਇਵੈਂਟ ਦੇ ਵਿੱਚ ਜੈਵਲਿਨ ਥਰੋ ਦੀ। ਜੈਵਲਿਨ ਥਰੋ ਦੇ ਵਿੱਚ ਵੀ ਮੌਕੇ ਅਲੱਗ-ਅਲੱਗ ਮਿਲਦੇ ਹਨ। ਇਹ ਆਮ ਕਰਕੇ ਅੰਡਰ 17 ਔਰ 19 ਵਿੱਚ ਦੋਨੇ ਲੜਕੀਆਂ ਨੇ ਜੋ 17 ਔਰ 19 ਦੀਆਂ, ਉਹਨਾਂ ਵਾਸਤੇ ਜੈਵਲਿਨ ਦਾ ਜੋ ਭਾਰ ਹੈ ਉਹ 500 ਗ੍ਰਾਮ ਮੰਨਿਆ ਗਿਆ ਹੈ ਔਰ ਜੋ ਲੜਕੇ ਹਨ 17 ਔਰ 19 ਦੇ ਉਹਨਾਂ ਵਾਸਤੇ ਇਸ ਦਾ ਜੋ ਭਾਰ ਹੈ ਉਹ 700 ਗ੍ਰਾਮ ਤੱਕ ਹੋ ਜਾਂਦਾ ਹੈ। ਅੱਗੇ ਬੱਚੇ ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਫੀਲਡ ਇਵੈਂਟ ਦੇ ਜਿਹੜੇ 8 ਇਵੈਂਟ ਸੀਗੇ ਉਹ ਕੰਪਲੀਟ ਹੁੰਦੇ ਨੇ। ਫਿਰ ਅਸੀਂ ਗੱਲ ਕਰਦੇ ਹਾਂ ਹੁਣ ਟਰੈਕ ਬਾਰੇ ਕਿ ਜੋ ਟਰੈਕ ਜੋ ਹੈ ਉਹ ਆਮ ਤੌਰ 'ਤੇ 3 ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਸਿੰਡਰ ਟਰੈਕ, ਸਿੰਥੈਟਿਕ ਟਰੈਕ ਔਰ ਗਰਾਸੀ ਟਰੈਕ, ਜਾਂ ਅਸੀਂ ਇਹਨੂੰ ਆਮ ਕੱਚਾ ਟਰੈਕ ਵੀ ਕਹਿ ਦਿੰਦੇ ਹਾਂ। ਜੋ ਵਧੀਆ ਟਰੈਕ ਹੈ ਉਹ ਸਿੰਥੈਟਿਕ ਟਰੈਕ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਜੋ ਤੁਸੀਂ ਸਾਹਮਣੇ ਤਸਵੀਰ ਵਿੱਚ ਵੀ ਦੇਖ ਰਹੇ ਹੋ, ਇਹ ਲਾਲ ਰੰਗ ਦਾ ਜੋ ਟਰੈਕ ਹੈ ਇਹ ਸਿੰਥੈਟਿਕ ਟਰੈਕ ਹੈ, ਜਿਸ ਨੂੰ ਕਿਸੇ ਪਲਾਸਟਿਕ ਦਾ ਜੇਕਰ ਆਮ ਸ਼ਬਦਾਂ ਵਿੱਚ ਕਹੀਏ ਤਾਂ ਪਲਾਸਟਿਕ ਦਾ ਟਰੈਕ ਵੀ ਕਹਿ ਦਿੱਤਾ ਜਾਂਦਾ ਹੈ। ਬੱਚਿਓ, ਆਮ ਕਰਕੇ ਹਰੇਕ ਟਰੈਕ ਚਾਹੇ ਕਿਸੇ ਵੀ ਤਰੀਕੇ ਦਾ ਟਰੈਕ ਹੈ ਉਹ ਸਟੈਂਡਰਡ ਟਰੈਕ ਹੈ ਜੋ ਉਹਦੇ ਵਿੱਚ ਜਿਹੜੀ ਲੇਨਸ ਦੀ ਦੂਰੀ ਹੈ ਇੱਕ ਲੇਨ ਤੋਂ ਦੂਜੀ ਲੇਨ, ਤੁਸੀਂ ਦੇਖ ਸਕਦੇ ਹੋ ਉੱਥੇ ਗਿਣਤੀ ਸਾਹਮਣੇ ਲਿਖੀ ਹੋਈ ਹੈ 1 2 3 4 5 6 7 ਅਤੇ 8 ਲੇਨਸ। ਜਿਵੇਂ 7 ਦਾ ਵਿਚਕਾਰਲਾ ਜਿਹੜਾ ਖਾਨਾ ਹੈ ਜਿਹਦੇ ਵਿੱਚ ਕਿ ਖਿਡਾਰੀ ਨੇ ਦੌੜਨਾ ਹੁੰਦਾ ਹੈ, ਉਹਦੀ ਜੋ ਚੌੜਾਈ ਹੈ ਉਹ 1.22 ਮੀਟਰ ਜਿਹੜੀ ਹੈ ਉਹ ਚੌੜੀ ਹੁੰਦੀ ਹੈ। ਔਰ ਆਮ ਕਰਕੇ ਸਟੈਂਡਰਡ ਟਰੈਕ ਦੇ ਵਿੱਚ 6 ਤੋਂ ਲੈ ਕੇ 8 ਲੇਨਸ ਹੁੰਦੀਆਂ ਹਨ। ਕਈ ਥਾਵਾਂ 'ਤੇ 8 ਦੀ ਜਗ੍ਹਾ 'ਤੇ 9 ਲੇਨਸ ਵੀ ਹੋ ਜਾਂਦੀਆਂ ਹਨ।
ਸਟੈਂਡਰਡ ਟਰੈਕ ਬੱਚਿਓ ਆਮ ਕਰਕੇ ਤੁਸੀਂ ਜਿਵੇਂ ਸਾਹਮਣੇ ਦੇਖ ਰਹੇ ਹੋ, ਜੋ ਸਟੈਂਡਰਡ ਟਰੈਕ ਹੈ ਜਿਸ ਦੇ ਵਿੱਚ ਕਿ ਸਹੀ ਤਰੀਕੇ ਨਾਲ ਸਾਰੇ ਇਵੈਂਟਸ ਵਧੀਆ ਤਰੀਕੇ ਨਾਲ ਕਰਵਾਏ ਜਾ ਸਕਦੇ ਹਨ, ਸਾਰੀਆਂ ਰੇਸਾਂ ਦੇ ਸਹੀ ਮਾਪ ਸਹੀ ਹੁੰਦੇ ਹਨ, ਭਾਵੇਂ ਕਿ ਦੂਸਰੇ ਵਿੱਚ ਵੀ ਹੋ ਜਾਂਦੇ ਹਨ, ਪਰ 400 ਮੀਟਰ ਦੇ ਟਰੈਕ ਨੂੰ ਸਟੈਂਡਰਡ ਟਰੈਕ ਮੰਨਿਆ ਗਿਆ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਜੋ ਰੇਸਾਂ ਨੇ ਉਹਨਾਂ ਦੀ ਸਟਾਰਟਿੰਗ ਪੁਆਇੰਟਸ ਰੇਸਾਂ ਦੀ ਦੂਰੀ ਦੇ ਅਕੋਰਡਿੰਗ ਦਿਖਾਏ ਵੀ ਗਏ ਹਨ ਅਤੇ ਤੁਸੀਂ ਇਸ ਨੂੰ ਚੰਗੇ ਤਰੀਕੇ ਨਾਲ ਦੇਖ ਵੀ ਸਕਦੇ ਹੋ। ਜੇਕਰ ਜਗ੍ਹਾ ਦੀ ਕਮੀ ਹੋਵੇ ਤਾਂ 400 ਮੀਟਰ ਟਰੈਕ ਦੀ ਜਗ੍ਹਾ 'ਤੇ 200 ਮੀਟਰ ਦਾ ਟਰੈਕ ਵੀ ਲਿਆ ਜਾ ਸਕਦਾ ਹੈ ਜਾਂ ਬਣਾਇਆ ਜਾ ਸਕਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਬੱਚਿਓ ਕਿ ਜਿਵੇਂ ਕਿ ਟਰੈਕ ਵਿੱਚ ਤੁਸੀਂ ਦੇਖਿਆ ਹੈ ਪਿੱਛੇ ਵੀ ਕਿ ਜੋ ਫਸਟ ਲੇਨ ਵਿੱਚ ਬੱਚਾ ਭੱਜੇਗਾ ਉਸ ਨੂੰ ਦੂਰੀ ਘੱਟ ਹੋਵੇਗੀ, ਔਰ ਜੋ ਟਰੈਕ ਦੇ ਬਿਲਕੁਲ ਅਖੀਰਲੀ 8 ਨੰਬਰ ਜਾਂ 7 ਨੰਬਰ 6 ਨੰਬਰ 'ਤੇ ਜਾਂ ਦੂਸਰੇ ਨੰਬਰ ਤੋਂ ਵੀ ਭੱਜਦਾ ਹੈ ਤਾਂ ਉਸ ਨੂੰ ਦੌੜਨ ਦੀ ਜੇਕਰ ਇੱਕ ਚੱਕਰ ਲਗਾਉਣਾ ਹੋਵੇ ਤਾਂ 400 ਮੀਟਰ ਤੋਂ ਉਸ ਨੂੰ ਵੱਧ ਦੌੜ ਪੂਰੀ ਕਰਨੀ ਪਵੇਗੀ, ਜਿਸ ਨਾਲ ਕਿ ਸਹੀ ਜਿੱਤ ਹਾਰ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। ਇਸ ਕਰਕੇ ਜਿਹੜੀ ਕਰਵਸ ਦੇ ਵਿੱਚ ਜਾਂ ਸਾਈਡਾਂ ਤੋਂ ਬੱਚਾ ਜਿਹੜਾ ਵੱਧ ਦੌੜਦਾ ਹੈ ਉਸ ਦੂਰੀ ਨੂੰ ਅਸੀਂ ਬਰਾਬਰ ਕਰਨ ਦੇ ਲਈ ਆਪਾਂ ਟਰੈਕ ਦੇ ਵਿੱਚ ਸਟੈਗਰਸ ਦਿੰਦੇ ਹੁੰਦੇ ਹਾਂ। ਤੁਸੀਂ ਦੇਖਿਆ ਇਸ ਕਰਵ ਦੇ ਵਿੱਚ ਵੀ ਜੋ ਫਸਟ ਲੇਨ ਵਿੱਚ ਬੱਚਾ ਭੱਜ ਰਿਹਾ ਹੈ ਉਸ ਨੂੰ ਕੋਈ ਸਟੈਗਰ ਨਹੀਂ ਮਿਲਦਾ, ਕਿਉਂਕਿ ਉਹ ਬੱਚਾ ਜਿਹੜਾ ਹੈ ਸਿਰਫ ਜਦੋਂ ਦੌੜਦਾ ਹੈ ਪੂਰਾ ਚੱਕਰ ਲਗਾਵੇਗਾ 400 ਮੀਟਰ ਹੀ ਉਸ ਨੂੰ ਰੇਸ ਪੂਰੀ ਹੋਵੇਗੀ। ਪਰ ਜੇਕਰ ਸੈਕੰਡ ਲੇਨ ਵਿੱਚ ਜੋ ਬੱਚਾ ਦੌੜ ਰਿਹਾ ਹੈ ਉਸ ਨੂੰ ਪਹਿਲੇ ਬੱਚੇ ਨਾਲੋਂ 7.038 ਮੀਟਰ ਜੋ ਹੈ ਉਹ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਕਰਕੇ ਉਸ ਬੱਚੇ ਨੂੰ ਸੈਕੰਡ ਲੇਨ ਵਾਲੇ ਬੱਚੇ ਨੂੰ 7.038 ਮੀਟਰ ਪਹਿਲੇ ਬੱਚੇ ਤੋਂ ਦੂਰ ਅੱਗੇ ਖੜਾਇਆ ਜਾਂਦਾ ਹੈ। ਜੋ ਉਸ ਦਾ ਡਿਫਰੈਂਸ ਹੈ, ਜੋ ਉਸਨੇ ਵੱਧ ਦੂਰੀ ਤੈਅ ਕਰਨੀ ਹੈ, ਜੇਕਰ ਬਰਾਬਰ ਭੱਜਦੇ ਨੇ ਇੱਕੋ ਸਥਾਨ ਤੋਂ ਤਾਂ ਉਹ ਦੂਰੀ ਉਸ ਨੂੰ ਪਹਿਲਾਂ ਹੀ ਅੱਗੇ ਖੜਾ ਕੇ ਪੂਰੀ ਕੀਤੀ ਜਾਂਦੀ ਹੈ। ਇਸੇ ਤਰੀਕੇ ਨਾਲ ਜੇਕਰ ਥਰਡ ਲੇਨ ਦਾ ਬੱਚਾ ਹੈ ਉਹ 400 ਮੀਟਰ ਤੋਂ 14.704 ਮੀਟਰ ਵੱਧ ਦੌੜਦਾ ਹੈ, ਇਸੇ ਕਰਕੇ ਉਸ ਨੂੰ 14.704 ਮੀਟਰ ਅੱਗੇ ਖੜਾਇਆ ਜਾਂਦਾ ਹੈ। ਇਸੇ ਤਰੀਕੇ ਨਾਲ ਫੋਰਥ ਜਿਹੜਾ ਬੱਚਾ ਹੈ ਉਹ 22.37 ਮੀਟਰ ਪਹਿਲੇ ਬੱਚੇ ਤੋਂ ਉਸ ਨੂੰ ਅੱਗੇ ਖੜਾਇਆ ਜਾਂਦਾ ਹੈ। ਇਸ ਤਰੀਕੇ ਨਾਲ ਬੱਚਿਓ ਦੂਸਰੀ ਲੇਨ ਤੋਂ ਲੈ ਕੇ 8ਵੀਂ ਲੇਨ ਤੱਕ ਸਟੈਗਰ ਕੱਢੇ ਜਾਂਦੇ ਹਨ ਤਾਂ ਜੋ ਜਿਹੜਾ ਲਾਸਟ ਹਰੇਕ ਲੇਨ ਦੇ ਵਿੱਚ ਬੱਚਾ ਹੈ ਉਸ ਦੀ ਜਿਹੜੀ ਦੂਰੀ ਹੈ ਭੱਜਣ ਦੀ ਉਹ ਪਹਿਲੇ ਬੱਚੇ ਦੇ ਬਰਾਬਰ ਹੀ ਰਹੇ, ਔਰ ਸਾਰਿਆਂ ਨੂੰ ਭੱਜਣ ਦਾ ਜਿਹੜਾ ਫਾਸਲਾ ਹੈ ਉਹ ਜਿੰਨੀ ਰੇਸ ਦਾ ਮੰਨਿਆ ਗਿਆ ਹੈ ਉਨਾ ਹੀ ਬਰਾਬਰ ਹੋਵੇ। ਤੋ ਇਸ ਨੂੰ ਬਰਾਬਰ ਕਰਨ ਲਈ ਸਟੈਗਰ ਦਿੱਤੇ ਜਾਂਦੇ ਹਨ। ਇਹ ਸਟੈਗਰ 400 ਮੀਟਰ ਦੇ ਨਾਲ 200 ਮੀਟਰ ਰੇਸ ਵਿੱਚ ਵੀ ਦਿੱਤੇ ਜਾਂਦੇ ਹਨ। ਇਹ ਰੇਸ ਤੁਸੀਂ ਜਿਵੇਂ ਪਹਿਲਾਂ ਆਪਾਂ ਅੰਦਾਜ਼ਾ ਲਗਾਇਆ ਫਾਰਮੂਲੇ ਨਾਲ ਕੱਢਿਆ ਹੋਇਆ ਹੈ ਕਿ ਫਸਟ ਲੇਨ ਦੇ ਵਿੱਚ 200 ਮੀਟਰ ਵਿੱਚ ਵੀ ਕੋਈ ਸਟੈਗਰ ਨਹੀਂ ਦਿੱਤਾ ਜਾਵੇਗਾ, ਸੈਕੰਡ ਲੇਨ ਦੇ ਵਿੱਚ 3.52 ਮੀਟਰ ਦਾ ਸਟੈਗਰ ਹੋਵੇਗਾ, ਥਰਡ ਲੇਨ ਦੇ ਵਿੱਚ 7.35 ਮੀਟਰ ਦਾ ਸਟੈਗਰ, ਫੋਰਥ ਲਾਈਨ ਦੇ ਵਿੱਚ 11.19 ਮੀਟਰ ਦਾ। ਇਸੇ ਤਰੀਕੇ ਨਾਲ 8ਵੀਂ ਲੇਨ ਤੱਕ ਅਲੱਗ-ਅਲੱਗ ਜੋ ਬੱਚਿਆਂ ਨੂੰ ਦੂਰੀ ਵੱਧ ਤੈਅ ਕਰਨੀ ਪੈਂਦੀ ਹੈ ਉਸ ਨੂੰ ਬਰਾਬਰ ਫਾਸਲਾ ਕਰਨ ਲਈ ਸਟੈਗਰ ਦਿੱਤੇ ਜਾਂਦੇ ਹਨ। ਸੋ ਬੱਚਿਓ, ਉਮੀਦ ਕਰਦਾ ਤੁਸੀਂ ਐਥਲੈਟਿਕਸ ਬਾਰੇ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ, ਇਸ ਨੂੰ ਜਾਣ ਲਿਆ ਹੋਵੇਗਾ ਅਤੇ ਇਸ ਦੇ ਕਿਹੜੇ-ਕਿਹੜੇ ਇਵੈਂਟਸ ਹੁੰਦੇ ਹਨ ਇਸ ਨੂੰ ਚੰਗੀ ਤਰੀਕੇ ਨਾਲ ਯਾਦ ਕਰਨਾ ਹੈ। ਤੁਹਾਡਾ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕਸ।